प्यारे विद्यार्थियों, ਅੱਜ ਅਸੀਂ ਸੰਦਲੀ ਪੈੜਾ ਪੰਜਾਬੀ ਪਾਠਮਾਲਾ ਭਾਗ 6 ਦੇ ਵਿੱਚ ਦਰਜ ਆਓ ਕਵਿਤਾ ਇੱਕ ਬਣਾਈਏ ਉਸ ਬਾਰੇ ਵਿਸਥਾਰ ਵਿੱਚ ਪੜਾਂਗੇ। विद्यार्थियों, मैं ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਕਵਿਤਾ ਦੇ ਮੈਂ ਤੁਹਾਨੂੰ ਸਰਲ ਅਰਥ ਵੀ ਦੱਸਦਾ ਜਾਵਾਂਗਾ ਤੇ ਔਖੇ ਸ਼ਬਦਾਂ ਦੇ ਅਰਥ ਵੀ ਦੱਸਦਾ ਜਾਵਾਂਗਾ ਤਾਂ ਪ੍ਰਸੰਗ ਸਹਿ ਵਿਆਖਿਆ ਵੀ ਦੱਸਦਾ ਜਾਵਾਂਗਾ। ਤੇ ਤੁਸੀਂ ਜਿਹੜੇ ਔਖੇ ਸ਼ਬਦਾਂ ਦੇ ਅਰਥ ਹੈ ਉਹ ਆਪਣੀ ਕਾਪੀ ਤੇ ਨਾਲ ਦੀ ਨਾਲ ਨੋਟ ਕਰਦੇ ਜਾਣਾ ਹੈ, ਠੀਕ ਹੈ। ਤੇ ਆਓ ਇਸ ਕਵਿਤਾ ਦੇ ਪਹਿਲੇ ਆਪਾਂ ਪ੍ਰਸੰਗ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਆਓ ਕਵਿਤਾ ਇੱਕ ਬਣਾਈਏ ਸਾਡੀ ਪੁਸਤਕ ਸੰਦਲੀ ਪੈੜਾ ਪੰਜਾਬੀ ਪਾਠਮਾਲਾ 6 ਵਿੱਚ ਦਰਜ ਹੈ ਤੇ ਇਸ ਦੇ ਕਵੀ ਦਾ ਨਾਮ ਹੈ ਸੁਧਾ ਸ਼ਰਮਾ। ਇਸ ਵਿੱਚ ਕਵੀ ਨੇ ਕਵਿਤਾ ਬਣਾਉਣ ਬਾਰੇ ਦੱਸਿਆ ਹੈ ਕਿ ਕਵਿਤਾ ਜੋ ਕਿ ਇੱਕ ਕਵੀ ਦੀ ਕਲਪਨਾ ਹੁੰਦੀ ਹੈ, ਜੋ ਕਿ ਇੱਕ ਸ਼ਬਦਾਂ ਦੀ ਵਰਤੋਂ ਕਰਦਾ ਹੋਇਆ ਬਹੁਤ ਹੀ ਸੁੰਦਰ ਅਤੇ ਵਧੀਆ ਤਰੀਕੇ ਨਾਲ ਕਵਿਤਾ ਦੀ ਰਚਨਾ ਕਰਦਾ ਹੈ। ਆਓ ਇਸ ਦੇ ਲਾਈਨ ਵਾਈਜ਼ ਲਾਈਨ ਆਪਾਂ ਹੁਣ ਸਰਲ ਅਰਥ ਕਰਦੇ ਹਾਂ। ਆਓ ਕਵਿਤਾ ਇੱਕ ਬਣਾਈਏ ਸ਼ਬਦਾਂ ਦਾ ਸੰਸਾਰ ਸਜਾਈਏ। ਕਿ ਕਵੀ ਇਸ ਵਿੱਚ ਕਹਿ ਰਿਹਾ ਹੈ ਕਿ ਆਓ ਇੱਕ ਕਵਿਤਾ ਬਣਾਉਂਦੇ ਹਾਂ ਤੇ ਇੱਕ ਸ਼ਬਦਾਂ ਦਾ ਐਸਾ ਸੰਸਾਰ ਸਜਾਉਂਦੇ ਹਾਂ ਜਿਸ ਦੀ ਕਲਪਨਾ ਅੱਜ ਦੇ ਸਮਾਜ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਕਵਿਤਾ ਬੜੀ ਨਿਰਾਲੀ ਸੋਹਣੀ ਸ਼ਬਦ ਮੋਤੀਆਂ ਵਾਲੀ, ਤਨ ਸੁੰਦਰ ਮਨ ਹੋਵੇ ਸੁੰਦਰ, ਕਵਿਤਾ ਦਾ ਚਿੰਤਨ ਵੀ ਸੁੰਦਰ। ਕਵਿਤਾ ਹੁੰਦੀ ਬੜੀ ਨਿਰਾਲੀ, ਨਿਰਾਲੀ ਤੋਂ ਭਾਵ ਹੁੰਦਾ ਆ ਬੇਟਾ ਵੱਖਰੀ ਕਿਸਮ ਦੀ, ਠੀਕ ਹੈ। ਕਿ ਕਵਿਤਾ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਜਿਸ ਵਿੱਚ ਸੋਹਣੀ ਸ਼ਬਦ ਮੋਤੀਆਂ ਵਾਲੀ, ਕਿ ਇਹਦੇ ਸ਼ਬਦ ਜਿਹੜੇ ਹੈਗੇ ਆ ਬਹੁਤ ਹੀ ਸੋਹਣੇ ਹੁੰਦੇ ਹਨ। ਇਸ ਦੇ ਵਿੱਚ ਜਿੱਦਾਂ ਇੱਕ ਮਾਲਾ ਦੇ ਵਿੱਚ ਮੋਤੀ ਪਰੋਏ ਹੁੰਦੇ ਹਨ, ਕਵਿਤਾ ਇਸ ਤਰ੍ਹਾਂ ਦੀ ਹੁੰਦੀ ਹੈ। ਤਨ ਸੁੰਦਰ ਮਨ ਹੋਵੇ ਸੁੰਦਰ, ਕਿ ਕਵਿਤਾ ਦਾ ਤਨ ਸੁੰਦਰ ਹੋਵੇ ਤੇ ਮਨ ਸੁੰਦਰ ਹੋਵੇ। ਤਨ ਦਾ ਮਤਲਬ ਕੀ ਹੈ ਕਿ ਸੋਹਣੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਮਨ ਦਾ ਮਤਲਬ ਕੀ ਹੈ ਕਿ ਉਹਨਾਂ ਸ਼ਬਦਾਂ ਦਾ ਅਰਥ ਜਿਹੜਾ ਹੈਗਾ ਆ ਉਹ ਵੀ ਬਹੁਤ ਹੀ ਵਧੀਆ ਤੇ ਸੁੰਦਰ ਹੋਣਾ ਚਾਹੀਦਾ ਹੈ। ਕਵਿਤਾ ਦਾ ਚਿੰਤਨ ਵੀ ਸੁੰਦਰ, ਚਿੰਤਨ ਦਾ ਮਤਲਬ ਹੁੰਦਾ ਆ ਸੋਚ ਵਿਚਾਰ, ਕਿ ਉਸ ਕਵਿਤਾ ਦੇ ਵਿੱਚ ਜੋ ਮੈਸੇਜ ਦਿੱਤਾ ਗਿਆ ਹੁੰਦਾ ਆ ਉਹ ਵੀ ਇੱਕ ਬਹੁਤ ਹੀ ਸੁੰਦਰ ਹੋਣਾ ਚਾਹੀਦਾ ਹੈ। ਕਿ ਕਵੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇੱਕ ਐਸੀ ਕਵਿਤਾ ਦੀ ਰਚਨਾ ਕਰਨੀ ਚਾਹੀਦੀ ਹੈ ਜਿਸ ਦੇ ਸ਼ਬਦ ਅਰਥ ਅਤੇ ਜਿਸ ਦਾ ਸੋਚ ਵਿਚਾਰ, ਠੀਕ ਹੈ, ਉਹ ਵੀ ਸੁੰਦਰ ਹੋਣਾ ਚਾਹੀਦਾ ਹੈ। ਆਓ ਕਵਿਤਾ ਇੱਕ ਬਣਾਈਏ ਸ਼ਬਦਾਂ ਦਾ ਸੰਸਾਰ ਸਜਾਈਏ। ਕਿ ਆਓ ਇੱਕ ਕਵਿਤਾ ਐਸੀ ਬਣਾਈਏ ਤੇ ਜਿਸ ਦੇ ਵਿੱਚ ਇੱਕ ਸ਼ਬਦਾਂ ਦਾ ਸੰਸਾਰ ਵਸਿਆ ਹੋਵੇ। ਹਰੀ ਭਰੀ ਫਸਲ ਲਹਿਰਾਉਂਦੀ ਫਿਰ ਧਰਤੀ ਵੀ ਕਵਿਤਾ ਗਾਉਂਦੀ, ਬਾਗਾਂ ਵਿੱਚ ਜਦ ਕੋਇਲ ਗਾਉਂਦੀ ਹਰ ਟਾਣੀ ਕਵਿਤਾ ਬਣ ਜਾਂਦੀ, ਕਾਲੇ ਬੱਦਲ ਕਰਦੇ ਸ਼ੋਰ ਫਿਰ ਕਵਿਤਾ ਰਚਦੇ ਮੋਰ। ਕਿ ਕਵੀ ਕਹਿ ਰਿਹਾ ਹੈ ਕਿ ਹਰੀ ਭਰੀ ਫਸਲ ਲਹਿਰਾਉਂਦੀ, ਕਿ ਕਵਿਤਾ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿੱਦਾਂ ਇੱਕ ਹਰੀ ਭਰੀ ਫਸਲ ਲਹਿਰਾਉਂਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਹੋਣਾ ਖੇਤਾਂ ਦੇ ਵਿੱਚ ਜਦੋਂ ਹਵਾ ਚੱਲਦੀ ਆ ਤੇ ਜਿਹੜੀ ਹਰੀ ਫਸਲ ਹੁੰਦੀ ਆ ਉਹ ਲਹਿਰਾ ਰਹੀ ਹੁੰਦੀ ਆ, ਠੀਕ ਹੈ। ਤੇ ਕਵੀ ਕਹਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਕਵਿਤਾ ਦੀ ਰਚਨਾ ਕਰਨੀ ਚਾਹੀਦੀ ਹੈ ਜਿੱਦਾਂ ਫਸਲ ਜਿਹੜੀ ਖੇਤਾਂ ਦੇ ਵਿੱਚ ਹਰੀ ਭਰੀ ਲਹਿਰਾਉਂਦੀ ਹੈ। ਫਿਰ ਧਰਤੀ ਵੀ ਕਵਿਤਾ ਗਾਉਂਦੀ, ਕਿ ਜਦੋਂ ਫਸਲ ਲਹਿਰਾਉਂਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧਰਤੀ ਕਵਿਤਾ ਗਾ ਰਹੀ ਹੋਵੇ। ਇਹ ਜਿਹੜਾ ਹੈ ਕਵਿਤਾ ਧਰਤੀ ਗਾ ਦਾ ਮਤਲਬ ਇਹ ਹੈ ਕਿ ਧਰਤੀ ਜਿਹੜੀ ਹੈਗੀ ਆ ਉਹ ਹਵਾ ਨਾਲ ਜਦੋਂ ਫਸਲ ਲਹਿਰਾਉਂਦੀ ਹੈ ਉਹ ਧਰਤੀ ਜਿਹੜੀ ਹੈਗੀ ਆ ਖੁਸ਼ ਹੁੰਦੀ ਹੈਗੀ ਆ, ਠੀਕ ਹੈ। ਗਾਉਣ ਦਾ ਮਤਲਬ ਇੱਕ ਪ੍ਰਤੀਬਿੰਬ ਦੇ ਤੌਰ ਤੇ ਵਰਤਿਆ ਗਿਆ ਹੈਗਾ, ਠੀਕ ਹੈ। ਬਾਗਾਂ ਵਿੱਚ ਜਦ ਕੋਇਲ ਗਾਉਂਦੀ ਹਰ ਟਾਣੀ ਕਵਿਤਾ ਬਣ ਜਾਂਦੀ। ਹੁਣ ਤੁਸੀਂ ਕਹਿਣਾ ਕਿ ਜਦੋਂ ਕੋਇਲ ਬਾਗਾਂ ਦੇ ਵਿੱਚ ਬੋਲਦੀ ਹੋਵੇਗੀ ਕਿ ਉਹ ਹਰ ਟਾਣੀ ਕਵਿਤਾ ਬਣ ਜਾਂਦੀ ਆ? ਨਹੀਂ, ਉਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਇੱਕ ਅਵਿਸ਼ੇਸ਼ ਦਿੱਤਾ ਹੋਇਆ ਹੈ, ਇੱਕ ਪ੍ਰਤੀਬਿੰਬ ਦੇ ਤੌਰ ਤੇ ਵਰਤਿਆ ਹੋਇਆ ਆ ਕਿ ਜਦੋਂ ਕੋਇਲ ਖੁਸ਼ੀ ਦੇ ਵਿੱਚ ਗਾਉਂਦੀ ਹੈਗੀ ਆ ਤੇ ਜਿਹੜੀਆਂ ਹਰੇਦਾਰ ਪੱਤੇਦਾਰ ਟਾਹਣੀਆਂ ਹੈਗੀਆਂ ਆ, ਠੀਕ ਆ। ਕਿ ਸਾਵਣ ਦੇ ਮਹੀਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਆ ਕਿ ਜਿਹੜੇ ਪੇੜ ਪੌਦੇ ਹੈਗੇ ਉਹ ਵੀ ਹਰੇ ਪੱਤੇ ਨਿਕਲ ਆਉਂਦੇ ਹੈਗੇ, ਪੁੰਗਾਰੇ ਨਵੇਂ ਫੁੱਟ ਪੈਂਦੇ ਹੈਗੇ ਆ, ਠੀਕ ਆ। ਤੇ ਉਹ ਵੀ ਕੀ ਆ ਕਵਿਤਾ ਦਾ ਰੂਪ ਪੇਸ਼ ਕਰਦੇ ਹਨ, ਠੀਕ ਆ। ਖੁਸ਼ੀ ਦੇ ਵਿੱਚ ਦਰਖਤ ਵੀ ਜਿਹੜੇ ਆ ਹਰੇ ਭਰੇ ਹੋ ਜਾਂਦੇ ਹਨ।
ਕਾਲੇ ਬੱਦਲ ਕਰਦੇ ਸ਼ੋਰ ਫਿਰ ਕਵਿਤਾ ਰਚਦੇ ਮੋਰ। ਕਵਿਤਾ ਰਚਦੇ ਮੋਰ ਤੋਂ ਭਾਵ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੋਰ ਜਿਹੜੇ ਹੈਗੇ ਆ ਉਹ ਕਵਿਤਾ ਬਣਾਉਂਦੇ ਹਨ। ਠੀਕ ਹੈ ਬੇਟਾ, ਇਹ ਵੀ ਜਿਹੜਾ ਹੈਗਾ ਆ ਇੱਕ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਜਦੋਂ ਕਾਲੇ ਬੱਦਲ ਗਰਜਦੇ ਹਨ, ਭਾਵ ਕਿ ਜਦੋਂ ਮੌਸਮ ਜਿਹੜਾ ਹੈਗਾ ਆ ਖੁਸ਼ਨੁਮਾਰ ਹੁੰਦਾ ਹੈ ਤੇ ਮੋਰ ਜਿਹੜੇ ਖੁਸ਼ੀ ਦੇ ਵਿੱਚ ਕੀ ਕਰਦੇ ਹਨ, ਪੈਲਾਂ ਪਾਉਂਦੇ ਹਨ। ਠੀਕ ਹੈ ਕਿ ਜਦੋਂ ਬੱਦਲ ਗਰਜਦੇ ਹਨ ਤਾਂ ਮੋਰ ਮਸਤੀ ਵਿੱਚ ਆ ਕੇ ਪੈਲਾਂ ਪਾਉਂਦੇ ਹਨ। ਕਵੀ ਨੇ ਇਹ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਖੁਸ਼ੀ ਹੀ ਕਵਿਤਾ ਦੀ ਰਚਨਾ ਹੈ ਕਿ ਜਦੋਂ ਬੱਦਲ ਗਰਜਦੇ ਹਨ ਤਾਂ ਖੁਸ਼ੀ ਵਿੱਚ ਮੋਰ ਨੱਚਦੇ ਹਨ। ਕਿ ਉਹ ਇੱਕ ਨੱਚ ਕੇ, ਭਾਵ ਕਿ ਇਹਦੇ ਵਿੱਚ ਦੱਸਿਆ ਫਿਰ ਕਵਿਤਾ ਰਚਦੇ ਮੋਰ, ਕਿ ਮਤਲਬ ਕਿ ਆਪਣੀ ਖੁਸ਼ੀ ਜਿਹੜੀ ਹੈਗੀ ਉਹ ਮੋਰ ਪ੍ਰਗਟ ਕਰਦੇ ਹਨ। ਆਓ ਕਵਿਤਾ ਇੱਕ ਬਣਾਈਏ, ਸ਼ਬਦਾਂ ਦਾ ਸੰਸਾਰ ਸਜਾਈਏ। ਕਿ ਆਓ ਇੱਕ ਐਸੀ ਕਵਿਤਾ ਬਣਾਈਏ ਜਿਸ ਦੇ ਵਿੱਚ ਬੜੇ ਹੀ ਸੁੰਦਰ ਅਤੇ ਸਾਫ਼ ਸਪਸ਼ਟ ਤੇ ਸ਼ਬਦ ਰਚੇ ਹੋਣ। ਟਾਹਣੀ ਤੇ ਜਦ ਫੁੱਲ ਮਹਿਕਦੇ, ਚਾਰ ਚੁਫੇਰੇ ਪੰਛੀ ਚਹਿਕਦੇ। ਮਹਿਕਦੇ ਦਾ ਮਤਲਬ ਹੁੰਦਾ ਆ ਇੱਕ ਮਹਿਕ ਆਣੀ, ਖੁਸ਼ਬੂ ਆਣੀ। ਠੀਕ ਹੈ ਕਿ ਟਾਹਣੀ 'ਤੇ ਜਦ ਫੁੱਲ ਮਹਿਕਦੇ ਹਨ, ਜਦੋਂ ਫੁੱਲ ਖਿੜ ਜਾਂਦੇ ਹਨ, ਉਹਨਾਂ ਦੀ ਖੁਸ਼ਬੂ ਆਉਂਦੀ ਹੈ। ਚਾਰ ਚੁਫੇਰੇ ਪੰਛੀ ਚਹਿਕਦੇ। ਚਾਰ ਚੁਫੇਰੇ ਦਾ ਮਤਲਬ ਕੀ ਹੈਗਾ, ਆਲੇ ਦੁਆਲੇ। ਕਿ ਜਦੋਂ ਤੁਸੀਂ ਦੇਖਿਆ ਨਾ ਫੁੱਲ ਖਿੜ ਜਾਂਦੇ ਹੈਗੇ, ਉਹਦੇ ਆਲੇ ਦੁਆਲੇ ਭੰਵਰੇ ਜਿਹੜੇ ਹੈਗੇ ਆ ਘੁੰਮਣ ਲੱਗ ਪੈਂਦੇ ਨਾ। ਕੁਝ ਛੋਟੀਆਂ ਚਿੜੀਆਂ ਜਿਹੜੀਆਂ ਹੈਗੀਆਂ ਉਹ ਪੰਛੀਆਂ ਦੇ, ਉਹਨਾਂ 'ਚ ਛੋਟੀਆਂ ਚਿੜੀਆਂ ਪੰਛੀਆਂ ਦੇ ਰੂਪ ਵਿੱਚ ਜਿਹੜੀਆਂ ਆਉਂਦੀਆਂ, ਉਹ ਫੁੱਲ ਦੇ ਉੱਤੋਂ ਦੀ ਰਸ ਚੂਸਦੀਆਂ ਆ, ਫੁੱਲ ਦੇ ਉੱਤੇ ਮੰਡਰਾਉਣ ਲੱਗ ਪੈਂਦੀਆਂ ਹੈਗੀਆਂ। ਠੀਕ ਹੈ, ਅਤੇ ਉਹੀ ਕਵੀ ਦੱਸ ਰਿਹਾ ਆ ਕਿ ਜਦੋਂ ਵੀ ਫੁੱਲ ਖਿੜਦੇ ਹਨ ਅਤੇ ਉਹਦੇ ਆਲੇ ਦੁਆਲੇ ਜਿਹੜੇ ਹੈਗੇ ਪੰਛੀ ਉਹ ਘੁੰਮਣ ਲੱਗ ਪੈਂਦੇ ਆ ਖੁਸ਼ੀ ਦੇ ਵਿੱਚ। ਠੀਕ ਆ, ਚੰਨ ਜਦੋਂ ਰਾਤੀ ਉਗਾਵੇ, ਚਾਨਣੀਆਂ ਵਿੱਚ ਬਹਿ ਕੇ ਗਾਵੇ। ਕਿ ਜਦੋਂ ਚੰਦਰਮਾ ਜਿਹੜਾ ਹੈਗਾ, ਚੰਨ ਦਾ ਮਤਲਬ ਚੰਦਰਮਾ ਰਾਤ ਨੂੰ ਜਿਹੜਾ ਹੈਗਾ ਚੜ੍ਹਦਾ ਹੈਗਾ ਆ। ਤੁਸੀਂ ਦੇਖਿਆ ਹੋਣਾ ਆ ਕਿ ਰਾਤ ਨੂੰ ਕਈ ਵਾਰੀ ਚਾਨਣ ਦੀ ਚਾਨਣੀ ਬਹੁਤ ਹੁੰਦੀ ਹੈਗੀ ਹੈ। ਠੀਕ ਹੈ, ਅਤੇ ਉਹ ਵੀ ਚਾਨਣੀ ਦੇ ਵਿੱਚ ਬਹਿ ਕੇ ਵੀ ਜਿਹੜਾ ਹੈਗਾ ਆ, ਕਵੀ ਦੱਸ ਰਿਹਾ ਹੈਗਾ ਕਿ ਕਵਿਤਾ ਦੀ ਰਚਨਾ ਕੀਤੀ ਜਾਂਦੀ ਹੈਗੀ। ਠੀਕ ਹੈ, ਉਹ ਚਾਨਣੀ ਜਿਹੜੀ ਹੈਗੀ ਆ ਉਹ ਵੀ ਇੱਕ ਕਹਿ ਲਓ ਕਿ ਕਵਿਤਾ ਦੇ ਬਾਰੇ ਦੱਸ ਰਹੀ, ਆਪਣੀ ਖੁਸ਼ੀ ਪ੍ਰਗਟ ਕਰ ਰਹੀ ਹੈਗੀ ਹੈ। ਕਵਿਤਾ ਬਾਲਾਂ ਦੀ ਕਿਲਕਾਰੀ ਜਿਸ ਵਿੱਚ ਡੁੱਬੀ ਮਮਤਾ ਸਾਰੀ। ਕਿ ਕਵਿਤਾ ਜਿਹੜੀ ਹੈਗੀ ਆ ਉਹ ਬਾਲਾਂ ਦੀ, ਠੀਕ ਹੈ, ਇਹਦੇ ਵਿੱਚ ਦੱਸਿਆ ਆ ਕਵਿਤਾ ਬਾਲਾਂ ਦੀ ਕਿਲਕਾਰੀ। ਬਾਲਾਂ ਦਾ ਮਤਲਬ ਕੀ ਆ, ਬੱਚਿਆਂ ਦੀ। ਕਿਲਕਾਰੀ ਦਾ ਮਤਲਬ ਜਦੋਂ ਬੱਚੇ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਆ, ਚੀਕਾਂ ਮਾਰਦੇ ਹੈਗੇ ਆ, ਉਹਦੇ ਬਾਰੇ ਜ਼ਿਕਰ ਕੀਤਾ ਗਿਆ ਹੈਗਾ ਆ। ਠੀਕ ਆ, ਕਿ ਕਵਿਤਾ ਬਾਲਾਂ ਦੀ ਕਿਲਕਾਰੀ। ਠੀਕ ਹੈ, ਕਿ ਜਿਹੜੇ ਬੱਚੇ ਹੈਗੇ ਆ ਉਹ ਖੁਸ਼ੀ ਦੇ ਵਿੱਚ ਕੀ ਕਰਦੇ ਹੈਗੇ ਆ, ਉਛਲਦੇ ਹੈਗੇ ਆ, ਰੌਲਾ ਪਾਉਂਦੇ ਹੈਗੇ ਆ। ਜਿਸ ਵਿੱਚ ਡੁੱਬੀ ਮਮਤਾ ਸਾਰੀ। ਮਮਤਾ ਦਾ ਮਤਲਬ ਕੀ ਆ, ਮਾਂ ਦਾ ਪਿਆਰ। ਠੀਕ ਆ, ਕਿ ਜਿਸ ਵੇਲੇ ਬੱਚਾ ਕਿਲਕਾਰੀ ਮਾਰਦਾ ਹੈ ਤਾਂ ਮਮਤਾ ਵਿੱਚ ਡੁੱਬੀ ਮਾਂ ਨੂੰ ਵੀ ਇਹ ਕਿਲਕਾਰੀਆਂ ਜਿਹੜੀਆਂ ਆ ਉਹ ਇੱਕ ਸੁੰਦਰ ਕਵਿਤਾ ਦੇ ਰੂਪ ਵਿੱਚ ਸੁਣਾਈ ਦਿੰਦੀਆਂ ਹਨ। ਠੀਕ ਹੈ, ਕਵਿਤਾ ਬਾਲਾਂ ਦੀ ਕਿਲਕਾਰੀ ਜਿਸ ਵਿੱਚ ਡੁੱਬੀ ਮਮਤਾ ਸਾਰੀ। ਕਿ ਜਦੋਂ ਬੱਚੇ ਖੁਸ਼ੀ ਦੇ ਵਿੱਚ, ਠੀਕ ਹੈ, ਕਿਲਕਾਰੀਆਂ ਮਾਰਦੇ ਹਨ ਤਾਂ ਮਮਤਾ ਵਿੱਚ ਡੁੱਬੀ ਮਾਂ, ਕਿ ਮਾਂ ਪਿਆਰ ਦੇ ਵਿੱਚ ਡੁੱਬੀ ਹੋਈ, ਬੱਚੇ ਦੇ ਪਿਆਰ ਦੇ ਵਿੱਚ ਡੁੱਬੀ ਹੋਈ, ਉਸ ਨੂੰ ਇਹ ਕਿਲਕਾਰੀਆਂ ਵੀ ਇੱਕ ਸੁੰਦਰ ਕਵਿਤਾ ਦੀਆਂ ਲਾਈਨਾਂ ਸੁਣਾਈ ਦਿੰਦੀਆਂ ਹਨ। ਆਓ ਕਵਿਤਾ ਇੱਕ ਬਣਾਈਏ, ਸ਼ਬਦਾਂ ਦਾ ਸੰਸਾਰ ਸਜਾਈਏ। ਕਵੀ ਕਹਿ ਰਿਹਾ ਕਿ ਆਓ ਇੱਕ ਐਸੀ ਕਵਿਤਾ ਬਣਾਈਏ ਕਿ ਅਸੀਂ ਸ਼ਬਦਾਂ ਦਾ ਇੱਕ ਸੰਸਾਰ ਸਜਾਉਂਦੇ ਹਾਂ। ਸੂਰਜ ਕਿਰਨ ਧਰਤ 'ਤੇ ਪੈਂਦੀ, ਕਵਿਤਾ ਮਨ ਅੰਗੜਾਈ ਲੈਂਦੀ। ਕਿ ਸੂਰਜ ਦੀ ਕਿਰਨ ਜਦੋਂ ਧਰਤੀ 'ਤੇ ਪੈਂਦੀ ਹੈ, ਠੀਕ ਆ, ਕਵਿਤਾ ਮਨ ਅੰਗੜਾਈ ਲੈਂਦੀ। ਅੰਗੜਾਈ ਦਾ ਮਤਲਬ ਕੀ ਹੈਗਾ ਆ, ਕਿ ਜਾਗਣਾ। ਕਿ ਜਦੋਂ ਸੂਰਜ ਚੜ੍ਹਦਾ ਹੈਗਾ ਆ ਤਾਂ ਧਰਤੀ ਜਿਹੜੀ ਹੈਗੀ ਆ ਉਹ ਕਵਿਤਾ ਮਨ ਅੰਗੜਾਈ ਲੈਂਦੀ। ਠੀਕ ਹੈ, ਕਿ ਧਰਤੀ 'ਤੇ ਜਦੋਂ ਸੂਰਜ ਦੀ ਕਿਰਨ ਪੈਂਦੀ ਹੈਗੀ ਆ ਤਾਂ ਜਿਹੜਾ ਜੀਵਨ ਹੈਗਾ ਆ ਉਹ ਸ਼ੁਰੂ ਹੋ ਜਾਂਦਾ ਹੈਗਾ, ਜਾਗ ਜਾਂਦਾ, ਲੋਕੀ ਜਾਗ ਜਾਂਦੇ ਹੈਗੇ। ਠੀਕ ਹੈ, ਕਵਿਤਾ ਜਿਹੜੀ ਹੈਗੀ ਉਹ ਆਪਣੇ ਆਪ ਸਾਡੇ ਜਾਗ ਪੈਂਦੀ ਆ ਮਨ ਦੇ ਵਿੱਚੋਂ। ਖੰਭ ਕਲਪਨਾ ਦੇ ਲੱਗ ਜਾਂਦੇ, ਸੁੰਦਰ ਛੰਦ ਬੰਦ ਬਣ ਜਾਂਦੇ। ਖੰਭ ਦਾ ਮਤਲਬ ਕੀ, ਪਰਾਂ ਦੀ ਗੱਲ ਕੀਤੀ ਆ। ਕਲਪਨਾ ਦਾ ਮਤਲਬ ਕੀ ਹੈਗਾ, ਸੋਚ ਵਿਚਾਰ। ਠੀਕ ਹੈ, ਕਿ ਸਾਡੀ ਕਲਪਨਾ ਸੋਚ ਵਿਚਾਰ ਨੂੰ ਫਿਰ ਉਡਾਰੀ ਲੱਗ ਜਾਂਦੀ ਹੈ। ਠੀਕ ਹੈ, ਕਿ ਕਵੀ ਜਿਹੜਾ ਹੈਗਾ ਆ ਉਹ ਇੱਕ ਉਡਾਰੀ ਮਾਰਦਾ ਆ ਸ਼ਬਦਾਂ ਲਈ ਲਿਆਉਣ ਲਈ, ਸ਼ਬਦਾਂ ਦੀ। ਸੁੰਦਰ ਛੰਦਬੰਦ ਬਣ ਜਾਂਦੇ। ਛੰਦਬੰਦ ਦਾ ਮਤਲਬ ਹੁੰਦਾ ਆ ਕਿ ਛੰਦ ਦਾ ਮਤਲਬ ਹੁੰਦਾ ਕਵਿਤਾ ਦੀ ਲਾਈਨ, ਬੰਦ ਦਾ ਮਤਲਬ ਹੁੰਦਾ ਇੱਕ ਕਵਿਤਾ ਦਾ ਇੱਕ ਹਿੱਸਾ ਹੁੰਦਾ ਹੈ। ਠੀਕ ਹੈ, ਉਹ ਕਹਿੰਦਾ ਆ ਕਿ ਕਵੀ ਕਹਿ ਰਿਹਾ ਕਿ ਜਦੋਂ ਕਲਪਨਾ ਦੇ ਖੰਭ ਲੱਗ ਜਾਂਦੇ ਹੈ ਤਾਂ ਕਵੀ ਕੀ ਕਰਦਾ ਹੈ,
ਸੁੰਦਰ ਛੰਦ-ਬੰਦ ਦੀ ਰਚਨਾ ਕਰਦਾ ਹੈ, ਸੁੰਦਰ ਲਾਈਨਾਂ ਦੀ ਰਚਨਾ ਕਰਦਾ, ਸੁੰਦਰ ਇੱਕ ਕਵਿਤਾ ਬਣਾਉਂਦਾ ਹੈ। ਨਿਤ ਕਵਿਤਾ ਨੂੰ ਗਾਉਣ ਵਾਲਾ ਈਸ਼ਵਰ ਕਵੀ ਬੜਾ ਨਿਰਾਲਾ। ਕਿ ਕਵੀ ਕਹਿ ਰਿਹਾ ਹੈਗਾ ਆ ਕਿ ਜਿਹੜਾ ਉਹ ਪਰਮਾਤਮਾ, ਈਸ਼ਵਰ ਦੀ ਗੱਲ ਕੀ ਕੀਤੀ ਆ, ਕਵੀ ਦੀ ਪਰਮਾਤਮਾ ਦੀ ਗੱਲ ਕੀਤੀ ਹੈ, ਠੀਕ ਹੈ। ਨਿਤ ਕਵਿਤਾ ਨੂੰ ਗਾਉਣ ਵਾਲਾ, ਠੀਕ ਹੈ, ਈਸ਼ਵਰ ਕਵੀ ਬੜਾ ਨਿਰਾਲਾ, ਠੀਕ ਹੈ। ਉਹਨੇ ਇਹ ਗੱਲ ਦੱਸਿਆ ਹੈ ਕਿ ਜਿਹੜਾ ਇਹ ਪਰਮਾਤਮਾ ਹੈਗਾ ਆ, ਠੀਕ ਹੈ, ਉਹ ਕਵਿਤਾ ਦੀ ਇਸ ਪੂਰੇ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਆ, ਉਹ ਬਹੁਤ ਹੀ ਨਿਰਾਲਾ ਹੈ। ਨਿਰਾਲਾ ਦਾ ਮਤਲਬ ਵੱਖਰਾ, ਸਭ ਕੁਝ ਉਹਨੂੰ ਪਤਾ, ਜੋ ਜਾਨੀ ਜਾਨ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਠੀਕ ਹੈ। ਕਿ ਉਹ ਇਸ ਸੰਸਾਰ ਦੀ ਜਿਹਨੇ ਰਚਨਾ ਕੀਤੀ ਹੋਈ ਆ ਉਹ ਬਹੁਤ ਹੀ ਨਿਰਾਲਾ ਹੈ, ਬਹੁਤ ਹੀ ਜਾਣਕਾਰ ਹੈ, ਜਾਨੀ ਜਾਨ ਹੈ, ਉਸ ਨੂੰ ਸਭ ਕੁਝ ਪਤਾ ਹੋਇਆ ਹੈ, ਠੀਕ ਹੈ। ਉਹੀ ਇਹ ਕਵਿਤਾਵਾਂ ਦੀ ਰਚਨਾ ਕਰਦਾ, ਭਾਵ ਇਸ ਸੰਸਾਰ ਨੂੰ ਚਲਾ ਰਿਹਾ ਹੈ। ਆਓ ਕਵਿਤਾ ਇੱਕ ਬਣਾਈਏ, ਸ਼ਬਦਾਂ ਦਾ ਸੰਸਾਰ ਸਜਾਈਏ। ਕਿ ਕਵੀ ਕਹਿ ਰਿਹਾ ਕਿ ਆਓ ਇੱਕ ਅਸੀਂ ਕਵਿਤਾ ਬਣਾਉਂਦੇ ਹਾਂ ਅਤੇ ਸ਼ਬਦਾਂ ਦਾ ਸੰਸਾਰ ਸਜਾਉਂਦੇ ਹਾਂ। ਕਿ ਭਾਵ ਇੱਕ ਸੋਹਣੇ ਸੋਹਣੇ ਸ਼ਬਦ ਲਿਆ ਕੇ ਇੱਕ ਵਧੀਆ ਵਾਤਾਵਰਨ ਜਿਹੜਾ ਹੈਗਾ ਹੈ ਉਸ ਨੂੰ ਤਿਆਰ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਇਹ ਸੀ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪ੍ਰਸੰਗ ਸਹਿਤ ਵਿਆਖਿਆ ਜ਼ਰੂਰ ਸਮਝ ਆ ਗਈ ਹੋਵੇ। ਧੰਨਵਾਦ।